ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਉਹਨਾਂ ਲੋਕਾਂ ਦੇ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ ਜਿਹੜੇ ਜਾਂ ਤਾਂ ਯਿਸੂ ਜੀ ਦੇ ਕੋਲ ਆਏ ਜਾਂ ਫਿਰ ਯਿਸੂ ਜੀ ਉਹਨਾਂ ਦੇ ਕੋਲ ਗਏ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਲੂਕਾ ਦੀ ਅੰਜੀਲ ਦੇ 19 ਅਧਿਆਇ ਦੀ 1 ਤੋਂ 10 ਆਇਤਾਂ ਦੇ ਵਿੱਚ ਇੱਕ ਦਿਲਚਸਪ ਘਟਨਾ ਦੇ ਬਾਰੇ ਗੌਰ ਕਰ ਰਹੇ ਸੀ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਸ ਵਿਅਕਤੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਜੋ ਆਪਣੇ ਸਮਾਜ ਵਿੱਚ ਸਭ ਤੋਂ ਜ਼ਿਆਦਾ ਨਫ਼ਰਤ ਦੇ ਨਾਲ ਵੇਖਿਆ ਜਾਂਦਾ ਸੀ, ਪਰ ਜਦੋਂ ਉਸ ਦੀ ਪ੍ਰਭੂ ਯਿਸੂ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹ ਉਹਨੂੰ ਆਪਣੇ ਘਰ ਲੈ ਜਾਂਦਾ ਹੈ। ਇਹ ਉਹ ਘਟਨਾ ਸੀ ਜਿਸ ਦੇ ਬਾਰੇ ਉਹਨੇ ਆਪਣੇ ਸੁਪਨੇ ਵਿੱਚ ਵੀ ਕਦੇ ਨਹੀਂ ਸੋਚਿਆ ਸੀ। ਉਹ ਇੱਕ ਪਾਪੀ ਵਿਅਕਤੀ ਸੀ, ਪਰ ਉਹ ਖੋਜੀ ਵੀ ਸੀ। ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਵੇਖਾਂਗੇ। ਤਾਂ ਫਿਰ ਦੋਸਤੋ, ਆਓ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਇਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਅਤੇ ਤੁਸੀਂ ਜਾਣਦੇ ਹੋ, ਜਦੋਂ ਅਸੀਂ ਜਵਾਨ ਅਮੀਰ ਹਾਕਮ ਬਾਰੇ ਪੜ੍ਹਿਆ ਸੀ, ਉੱਥੇ ਲਿਖਿਆ ਕਿ ਪ੍ਰਭੂ ਨੇ ਉਸ ਜਵਾਨ ਅਮੀਰ ਹਾਕਮ ਵੱਲ ਵੇਖਿਆ ਅਤੇ ਉਸ ਨੂੰ ਪਿਆਰ ਕੀਤਾ। ਅਤੇ ਮੈਂ ਵਚਨ ਵਿੱਚੋਂ ਪੜ੍ਹਨ ਤੋਂ ਬਿਨਾਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਸ ਦਿਨ ਜਦੋਂ ਯਿਸੂ ਨੇ ਜੱਕੀ ਨੂੰ ਵੇਖਿਆ, ਇਹ ਪਿਆਰ ਨਾਲ ਵੇਖਣਾ ਸੀ ਅਤੇ ਉਸ ਨੇ ਆਪਣੀ ਉਂਗਲੀ ਜੱਕੀ ਵੱਲ ਕਰਕੇ ਉਸ ਨੂੰ ਕਿਹਾ, ਜੱਕੀ ਉਤਰ ਆ। ਯਿਸੂ ਨੇ ਇਸ ਆਦਮੀ ਦੇ ਦਿਲ ਦੇ ਅੰਦਰ ਉਸ ਦੀ ਵੱਡੀ ਲੋੜ ਨੂੰ ਵੇਖਿਆ। ਉਹ ਜਾਣਦਾ ਸੀ ਉਸ ਦੇ ਦਿਲ ਦੇ ਅੰਦਰ ਕੀ ਹੈ। ਅਤੇ ਦੂਜੀ ਗੱਲ ਜੋ ਪ੍ਰਭੂ ਯਿਸੂ ਨੇ ਕੀਤੀ ਉਹ ਇਹ ਸੀ ਕਿ ਉਸ ਨੇ ਆਪਣੇ ਸਮੇਂ ਦੇ ਪੱਖਪਾਤ ਨੂੰ ਨਜ਼ਰ ਅੰਦਾਜ਼ ਕੀਤਾ। ਇੱਥੇ ਹੈ ਮੁਕਤੀਦਾਤਾ ਜਿਹੜਾ ਜਰੋ ਸ਼ਹਿਰ ਦੇ ਅੱਧ ਵਿਚਾਲੇ ਉਸ ਆਦਮੀ ਨਾਲ ਗੱਲਬਾਤ ਕਰ ਰਿਹਾ ਹੈ ਜਿਸ ਨੂੰ ਸਾਰਾ ਸ਼ਹਿਰ ਨਫ਼ਰਤ ਕਰਦਾ ਸੀ ਅਤੇ ਉਸ ਨੂੰ ਕੋਈ ਪਰਵਾਹ ਨਹੀਂ ਸੀ। ਪ੍ਰਭੂ ਨੇ ਆਪਣੇ ਸਮੇਂ ਦੇ ਪੱਖਪਾਤ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਆਪਣੇ ਸਮੇਂ ਦੇ ਲੋਕਾਂ ਦੀ ਬਹੁਤ ਜ਼ਿਆਦਾ ਪਰਵਾਹ ਕਰਦਾ ਸੀ। ਅਸੀਂ ਆਪਣੇ ਸਮੇਂ ਵਿੱਚ ਇਹ ਸਬਕ ਸਿੱਖ ਸਕਦੇ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ, ਨਾ ਉਸ ਆਤਮਾ ਦਾ, ਨਾ ਉਸ ਦਿਲ ਦਾ ਅਤੇ ਨਾ ਉਸ ਵਿਅਕਤੀ ਦਾ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਹੈ। ਉਸ ਸੰਬੰਧ ਵਿੱਚ ਯਿਸੂ ਸਾਡੇ ਸਾਰਿਆਂ ਲਈ ਇੱਕ ਉਦਾਹਰਨ ਹੈ। ਅਤੇ ਫਿਰ ਉਸਨੇ ਆਪਣੇ ਆਪ ਨੂੰ ਜੱਕੀ ਦੇ ਘਰ ਸੱਦਾ ਦਿੱਤਾ।
ਤੁਸੀਂ ਕਹੋਗੇ, ਯਿਸੂ ਨੇ ਜੱਕੀ ਨੂੰ ਆਪਣੇ ਘਰ ਕਿਉਂ ਨਹੀਂ ਬੁਲਾਇਆ? ਕਿਉਂਕਿ ਯਿਸੂ ਦਾ ਆਪਣਾ ਕੋਈ ਘਰ ਨਹੀਂ ਸੀ। ਜਦ ਤੁਹਾਡੇ ਕੋਲ ਘਰ ਨਹੀਂ ਹੁੰਦਾ ਤੇ ਤੁਹਾਨੂੰ ਕਿਸੇ ਹੋਰ ਤੋਂ ਸੱਦਾ ਮਿਲਦਾ ਹੈ, ਅਤੇ ਜੇ ਉਹ ਤੁਹਾਨੂੰ ਸੱਦਾ ਨਹੀਂ ਦਿੰਦੇ, ਤੁਸੀਂ ਆਪਣੇ ਆਪ ਨੂੰ ਸੱਦਾ ਦਿੰਦੇ ਹੋ। ਅਤੇ ਜੇ ਅਸੀਂ ਇਹ ਕੋਸ਼ਿਸ਼ ਕੀਤੀ ਹੁੰਦੀ ਤਾਂ ਅਸੀਂ ਮੁਸੀਬਤ ਵਿੱਚ ਪੈ ਜਾਂਦੇ। ਪਰ ਜੇ ਤੁਸੀਂ ਪ੍ਰਤਾਪ ਦੇ ਪਰਮੇਸ਼ਰ ਹੋ, ਤੁਸੀਂ ਇਹ ਕਰ ਸਕਦੇ ਹੋ। ਤੁਹਾਡੇ ਵਿੱਚੋਂ ਕਿੰਨੇ ਹੋਣਗੇ, ਤੁਸੀਂ ਆਪਣੇ ਘਰ ਜਾ ਕੇ ਪਹਿਲਾਂ ਕੁਝ ਚੀਜ਼ਾਂ ਨੂੰ ਸੁਧਾਰਨਾ ਚਾਹੋਗੇ? ਪਰ ਜੇ ਪ੍ਰਭੂ ਅੱਜ ਸਵੇਰੇ ਆਵੇ ਅਤੇ ਕਹੇ, ਅੱਜ ਮੈਂ ਤੁਹਾਡੇ ਘਰ ਜਾ ਰਿਹਾ ਹਾਂ, ਤੁਸੀਂ ਕਹੋਗੇ, ਪ੍ਰਭੂ ਕੀ ਮੈਨੂੰ 30 ਮਿੰਟ ਮਿਲ ਸਕਦੇ ਹਨ? ਅਤੇ ਅੱਜ ਦੀ ਤਰੀਕ ਵਿੱਚ ਤੁਹਾਡੀ ਜ਼ਿੰਦਗੀ ਦੇ ਇਹ 30 ਮਿੰਟ ਸਭ ਤੋਂ ਵੱਧ ਤੇਜ਼ ਅਤੇ ਕਿਰਿਆਸ਼ੀਲ ਹੋਣਗੇ। ਕੀ ਇਹ ਸੱਚ ਨਹੀਂ ਹੈ? ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, ਕਿਸੇ ਨੇ ਮੈਨੂੰ ਨਹੀਂ ਕਿਹਾ। ਇਹ ਅਦਭੁਤ ਹੈ ਕਿ ਔਰਤਾਂ ਦਰਵਾਜ਼ੇ ਤੇ ਪਹਿਲੀ ਬੈਲ ਅਤੇ ਦੂਜੀ ਬੈਲ ਵੱਜਣ ਦੇ ਦਰਮਿਆਨ ਕੀ ਕਰ ਸਕਦੀਆਂ ਹਨ, ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਦਰਵਾਜ਼ੇ ਤੇ ਪ੍ਰਚਾਰਕ ਖੜਾ ਹੈ। ਉਸ ਨੇ ਖੁਦ ਨੂੰ ਜੱਕੀ ਦੇ ਘਰ ਵਿੱਚ ਸੱਦਾ ਦਿੱਤਾ। ਮਹਿਮਾਨ ਹੀ ਮੇਜ਼ਬਾਨ ਬਣ ਗਿਆ। ਯਿਸੂ ਨੇ ਇਹ ਕੀਤਾ ਅਤੇ ਉਸ ਨੇ ਜੱਕੀ ਨੂੰ ਕਿਹਾ, ਛੇਤੀ ਕਰ ਉਤਰ ਆ, ਅੱਜ ਮੈਂ ਤੇਰੇ ਘਰ ਜਾਣਾ ਹੈ। ਕੀ ਤੁਸੀਂ ਸਮਝ ਗਏ ਯਿਸੂ ਜੱਕੀ ਨੂੰ ਕੀ ਕਹਿ ਰਿਹਾ ਸੀ? ਉਹ ਉਸ ਨੂੰ ਕਹਿ ਰਿਹਾ ਸੀ ਕਿ ਇਹ ਤੇਰਾ ਮੌਕਾ ਹੈ, ਇਹ ਉਸ ਦਾ ਪਲ ਸੀ। ਮੁਕਤੀਦਾਤਾ ਫਿਰ ਇਸ ਰਸਤਿਓਂ ਨਹੀਂ ਲੰਘਣ ਵਾਲਾ। ਜੱਕੀ ਨੇ ਫਿਰ ਇਹ ਮੌਕਾ ਕਦੀ ਨਹੀਂ ਮਿਲਣਾ ਸੀ, ਅਤੇ ਯਿਸੂ ਨੇ ਜੱਕੀ ਨੂੰ ਕਿਹਾ, ਤੈਨੂੰ ਅੱਜ ਹੀ ਇਹ ਕਰਨਾ ਹੈ। ਅੱਜ ਤੂੰ ਇਸ ਬ੍ਰਿਸ਼ ਤੋਂ ਉਤਰਾ ਅਤੇ ਮੈਂ ਤੇਰੇ ਘਰ ਜਾਣਾ ਹੈ। ਅੱਜ ਤੇਰਾ ਪਲ ਹੈ। ਸਾਡੇ ਵਿੱਚੋਂ ਕਿੰਨੇ ਜਣੇ ਇਸ ਗੱਲ ਨੂੰ ਜਾਣਦੇ ਹਨ ਕਿ ਪਰਮੇਸ਼ਰ ਦੀ ਕਿਰਪਾ ਦੁਆਰਾ ਸਾਡੇ ਸਾਰਿਆਂ ਕੋਲ ਸਰਬਸ਼ਕਤੀਮਾਨ ਲਈ ਇੱਕ ਮਹੱਤਵਪੂਰਨ ਪਲ ਹੁੰਦਾ ਹੈ। ਅਸੀਂ ਉਸ ਪਲ ਨੂੰ, ਜਿਸ ਦਾ ਅਸੀਂ ਅਨੁਭਵ ਕੀਤਾ ਸੀ, ਮੁੜ ਕੇ ਵੇਖ ਸਕਦੇ ਹਾਂ ਅਤੇ ਕਹਿ ਸਕਦੇ ਹਾਂ, ਪ੍ਰਭੂ ਨਾਲ ਇਹ ਮੇਰਾ ਪਲ ਸੀ, ਜਦੋਂ ਉਸ ਨੇ ਮੈਨੂੰ ਬੁਲਾਇਆ, ਜਦੋਂ ਮੇਰੀ ਜ਼ਿੰਦਗੀ ਵਿੱਚ ਬਦਲ ਗਈ। ਜੇ ਤੁਸੀਂ ਆਪਣੇ ਇਸ ਮਹੱਤਵਪੂਰਨ ਪਲ ਨੂੰ ਗਵਾ ਦਿਓ ਤਾਂ ਇਸ ਦੀ ਕੋਈ ਗਰੰਟੀ ਨਹੀਂ ਕਿ ਇਹ ਪਲ ਫਿਰ ਆਵੇਗਾ, ਅਤੇ ਇਸ ਲਈ ਪ੍ਰਭੂ ਨੇ ਜੱਕੀ ਨੂੰ ਛੇਤੀ ਕਰਨ ਲਈ ਆਖਿਆ। ਅਸਲ ਵਿੱਚ ਵਚਨ ਦੇ ਇਸ ਪੂਰੇ ਬੰਦ ਵਿੱਚ ਬਹੁਤ ਛੇਤੀਆਂ ਹਨ, ਬਹੁਤ ਛੇਤੀ ਕਰਨਾ। ਸੋ ਖੋਜਣ ਵਾਲੇ ਮੁਕਤੀਦਾਤਾ ਨੇ ਖੋਜਣ ਵਾਲੇ ਪਾਪੀ ਨੂੰ ਲੱਭ ਲਿਆ। ਭਾਗ ਐੜਾ, ਖੋਜਣ ਵਾਲਾ ਪਾਪੀ। ਪਵਿੱਤਰ ਵਚਨ ਐਤ 6 ਵਿੱਚ ਕਹਿੰਦਾ ਹੈ, ਤਾਂ ਉਹ ਜੱਕੀ ਛੇਤੀ ਉਤਰ ਆਇਆ ਤੇ ਖੁਸ਼ੀ ਨਾਲ ਉਸ ਦਾ ਆਦਰ ਪੌ ਕੀਤਾ। ਪ੍ਰਭੂ ਯਿਸੂ ਨੇ ਕਿਹਾ, ਛੇਤੀ ਉਤਰਾ। ਜੱਕੀ ਬ੍ਰਿਸ਼ ਤੋਂ ਹੜਪਾ ਦਫੜੀ ਨਾਲ ਉਤਰ ਕੇ ਆਇਆ। ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਖੁਸ਼ੀ ਨਾਲ ਉਸ ਨੂੰ ਆਪਣਾ ਮਹਿਮਾਨ ਵਜੋਂ ਕਬੂਲ ਕੀਤਾ। ਕੀ ਤੁਸੀਂ ਕਦੀ ਇਸ ਸੱਚ ਬਾਰੇ ਸੋਚਿਆ ਹੈ ਕਿ ਖੋਜ ਕਰਨ ਵਾਲਾ ਪਾਪੀ ਅਤੇ ਖੋਜ ਕਰਨ ਵਾਲੇ ਮੁਕਤੀਦਾਤਾ ਇੱਕ ਬ੍ਰਿਕਸ਼ ਤੇ ਮਿਲਦੇ ਹਨ? ਕੀ ਇਹ ਦਿਲਚਸਪ ਨਹੀਂ ਹੈ? ਉਸ ਦਿਨ ਉਹ ਗੁੱਲਰ ਦੇ ਬ੍ਰਿਕਸ਼ ਤੇ ਮਿਲੇ, ਅਤੇ ਉਦੋਂ ਤੋਂ ਲੈ ਕੇ ਖੋਜ ਕਰਨ ਵਾਲਾ ਪਾਪੀ ਅਤੇ ਖੋਜ ਕਰਨ ਵਾਲਾ ਮੁਕਤੀਦਾਤਾ ਇੱਕ ਬ੍ਰਿਕਸ਼ ਤੇ ਮਿਲਦੇ ਆ ਰਹੇ ਹਨ। ਕੀ ਤੁਸੀਂ ਇਹ ਜਾਣਦੇ ਹੋ? ਇਸ ਨੂੰ ਕਲਵਰੀ ਦਾ ਬ੍ਰਿਕਸ਼ ਜਾਂ ਰੁੱਖ ਕਿਹਾ ਜਾਂਦਾ ਹੈ। ਇਸ ਨੂੰ ਯਿਸੂ ਮਸੀਹ ਦੀ ਸਲੀਬ ਕਿਹਾ ਜਾਂਦਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਖੋਜ ਕਰਨ ਵਾਲਾ ਪਾਪੀ ਅਤੇ ਖੋਜ ਕਰਨ ਵਾਲਾ ਮੁਕਤੀਦਾਤਾ ਸਦਾ ਮਿਲਦੇ ਹਨ। ਸਲੀਬ ਦੇ ਪੈਰਾਂ ਵਿੱਚ ਮਿਲਣ ਤੋਂ ਇਲਾਵਾ ਹੋਰ ਕੋਈ ਥਾਂ ਨਹੀਂ। ਉੱਥੇ ਹੀ ਉਹ ਵਸੀਲੇ ਨੂੰ ਵੇਖਿਆ ਜਾ ਸਕਦਾ ਹੈ ਜੋ ਪਰਮੇਸ਼ਵਰ ਨੇ ਸਾਡੇ ਲਈ ਦਿੱਤਾ ਹੈ, ਤਾਂ ਜੋ ਅਸੀਂ ਸੰਦੀਪਕ ਜੀਵਨ ਪਾ ਸਕੀਏ। ਮੈਂ ਤੁਹਾਨੂੰ ਚੇਤੇ ਕਰਾਉਂਦਾ ਹਾਂ ਕਿ ਯਿਸੂ ਅੱਜ ਵੀ ਸ਼ਹਿਰਾਂ ਵਿੱਚੋਂ ਦੀ ਲੰਘ ਰਿਹਾ ਹੈ, ਅਤੇ ਜਦੋਂ ਉਹ ਸੁਸਮਾਚਾਰ ਦੇ ਸੰਦੇਸ਼ ਨਾਲ ਲੰਘਦਾ ਹੈ ਤਾਂ ਮੌਕੇ ਦਾ ਪਲ ਆਉਂਦਾ ਹੈ, ਅਤੇ ਸਾਡੇ ਵਿੱਚੋਂ ਜ਼ਿਆਦਾਤਰ ਲਈ ਇਹ ਪਲ ਸਾਡੀਆਂ ਜ਼ਿੰਦਗੀਆਂ ਵਿੱਚ ਕੁਝ ਵਾਰ ਹੀ ਆਉਂਦਾ ਹੈ। ਬਿਹਤਰ ਹੈ ਕਿ ਅਸੀਂ ਛੇਤੀ ਕਰੀਏ, ਅਤੇ ਜਦੋਂ ਇਹ ਪਲ ਸਾਡੇ ਰਾਸਤੇ ਵਿੱਚ ਆਉਂਦਾ ਹੈ ਤਾਂ ਇਸ ਨੂੰ ਕਬੂਲ ਕਰੀਏ। ਖੈਰ, ਤੁਸੀਂ ਇਹ ਕਲਪਨਾ ਕਰ ਸਕਦੇ ਹੋ ਕਿ ਜਦੋਂ ਇਹ ਛੋਟੀ ਜਿਹੀ ਗੱਲ ਜਿਰੋਸ ਸ਼ਹਿਰ ਵਿੱਚ ਹੋਈ, ਜੋ ਕਿ ਬਹੁਤ ਵੱਡੀ ਨਹੀਂ ਸੀ, ਛੋਟੇ ਜਿਹੇ ਸ਼ਹਿਰ ਵਿੱਚ ਜੋ ਹੋਇਆ ਸੀ, ਉਸ ਦੀ ਖਬਰ ਫੈਲ ਗਈ। ਕੰਮ ਵਾਲੀਆਂ ਥਾਵਾਂ, ਛੋਟੇ-ਛੋਟੇ ਘਰਾਂ ਵਿੱਚ ਇਹ ਖਬਰ ਪਹੁੰਚ ਗਈ, ਅਤੇ ਉਸ ਦਿਨ ਰਾਤ ਨੂੰ ਜਦੋਂ ਲੋਕ ਘਰਾਂ ਵਿੱਚ ਪਹੁੰਚੇ, ਉਹ ਮੇਜ਼ ਦੇ ਆਲੇ-ਦੁਆਲੇ ਉਸ ਬਾਰੇ ਗੱਲ ਕਰਨ ਲੱਗੇ ਜੋ ਉਹਨਾਂ ਨੇ ਸੁਣਿਆ ਸੀ ਕਿ ਯਿਸੂ ਉਹਨਾਂ ਦੇ ਸ਼ਹਿਰ ਵਿੱਚੋਂ ਲੰਘਿਆ ਸੀ। ਇਹ ਕਾਫੀ ਅਨੋਖੀ ਗੱਲ ਸੀ। ਪਰ ਇਹ ਕਿ ਉਹ ਮਸੂਲੀਆਂ ਦੇ ਸਰਦਾਰ ਨੂੰ ਬਿਰਸ਼ ਤੋਂ ਉਤਰਾ ਕੇ
ਉਸ ਦੇ ਘਰ ਰਾਤ ਦਾ ਖਾਣਾ ਖਾਣ ਲਈ ਗਿਆ ਹੈ ਅਤੇ ਇਹ ਕਹਿ ਕੇ ਉਸਨੇ ਸ਼ਹਿਰ ਵਿੱਚੋਂ ਸਭ ਤੋਂ ਵੱਡੇ ਪਾਪੀ ਨੂੰ ਚੁਣਿਆ ਅਤੇ ਉਸ ਨਾਲ ਉਹਦੇ ਘਰ ਗਿਆ। ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਸੀ। ਨੰਬਰ 4, ਛੱਕੀ ਲੋਕ। ਇਸ ਲਈ ਐਤ 7 ਵਿੱਚ ਛੱਕੀ ਲੋਕ ਬਾਰੇ ਪੜ੍ਹ ਕੇ ਹੈਰਾਨ ਨਾ ਹੋਵੋ, ਕਿਉਂਕਿ ਐਤ 7 ਆਖਦੀ ਹੈ, ਤਾਂ ਸਭ ਵੇਖ ਕੇ ਸਭ ਕੌਣ ਹਨ? ਸਭ ਉਹਦੇ ਆਲੇ ਦੁਆਲੇ ਸਨ ਜੋ ਇਹ ਸਭ ਹੋਇਆ। ਤਾਂ ਸਭ ਵੇਖ ਕੇ ਕੁਣ ਲੱਗੇ ਅਤੇ ਬੋਲੇ, ਜੋ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉਤਰਿਆ ਹੈ। ਮੈਂ ਇਹ ਕਹਿਣ ਦੀ ਹਿੰਮਤ ਕਰ ਸਕਦਾ ਹਾਂ ਕਿ ਜੇ ਯਿਸੂ ਸਾਡੇ ਸਮੇਂ ਵਿੱਚ ਇਹ ਸਭ ਕਰਦਾ, ਜਾਂ ਜੇ ਉਹ ਸਾਡੇ ਸਮੇਂ ਵਿੱਚ ਧਰਤੀ ਤੇ ਹੁੰਦਾ, ਤਾਂ ਬਹੁਤ ਸਾਰੀਆਂ ਆਧਾਰਵਾਦੀ ਕਲੀਸਿਆਵਾਂ ਵਿੱਚ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ। ਬੇਸ਼ੱਕ ਉਹ ਅੱਜ ਵੀ ਸਾਡੇ ਵਿੱਚ ਰਹਿ ਰਿਹਾ ਹੈ, ਪਰ ਜੇ ਉਹ ਅੱਜ ਸਾਡੇ ਵਿੱਚ ਚੱਲਦਾ ਫਿਰਦਾ ਹੁੰਦਾ ਅਤੇ ਉਹ ਸਭ ਤੋਂ ਵੱਡੇ ਪਾਪੀ ਦੇ ਨਾਲ ਖਾਣਾ ਖਾਣ ਲਈ ਜਾਂਦਾ, ਭਾਵੇਂ ਉਹ ਕੋਈ ਵੀ ਹੁੰਦਾ, ਖਬਰ ਫੈਲ ਜਾਂਦੀ, ਤਾਂ ਉਸ ਨੂੰ ਇਹ ਸਭ ਕਰਨ ਲਈ ਸੇਵਕਾਂ ਦੇ ਸਾਹਮਣੇ ਲਿਆਂਦਾ ਜਾਂਦਾ। ਪਵਿੱਤਰ ਬਚਨ ਵਿੱਚ ਬਾਰ-ਬਾਰ ਸਾਨੂੰ ਦੱਸਿਆ ਗਿਆ ਹੈ ਕਿ ਮਸੂਲੀਆਂ ਨੂੰ ਲੋਕ ਬੁਰੀ ਨਜ਼ਰ ਨਾਲ ਵੇਖਦੇ ਸਨ, ਕਿਉਂਕਿ ਉਹਨਾਂ ਦੇ ਕੰਮ ਵਿੱਚ ਧੋਖੇਬਾਜ਼ੀ ਸ਼ਾਮਲ ਸੀ। ਜਿਵੇਂ ਮੈਂ ਪਹਿਲਾਂ ਹੀ ਵਿਆਖਿਆ ਕਰ ਚੁੱਕਾ ਹਾਂ, ਜਦੋਂ ਯਿਸੂ ਨੇ ਮੱਤੀ ਨੂੰ ਸੱਦਿਆ, ਜਿਹੜਾ ਉਸ ਦੇ ਚੇਲਿਆਂ ਵਿੱਚੋਂ ਇੱਕ ਸੀ, ਅਤੇ ਉਸ ਨੂੰ ਸੱਦਿਆ ਅਤੇ ਕਿਹਾ, ਮੱਤੀ ਮੇਰੇ ਪਿੱਛੇ ਹੋ ਤੁਰ। ਮੱਤੀ 9 ਅਧਿਆਇ 11 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਦੋਂ ਫਰੀਸੀਆਂ ਨੇ ਇਹ ਵੇਖਿਆ, ਉਹਨਾਂ ਨੇ ਉਸ ਦੇ ਚੇਲਿਆਂ ਨੂੰ ਕਿਹਾ, ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? ਉਹ ਇਹ ਕਿਉਂ ਕਰਦਾ ਹੈ? ਅਤੇ ਲੂਕਾ ਦੀ ਅੰਜੀਲ 15 ਅਧਿਆਇ ਵਿੱਚ ਅਸੀਂ ਪੜ੍ਹਦੇ ਹਾਂ ਕਿ ਸਭ ਮਸੂਲੀਆਂ ਅਤੇ ਪਾਪੀ ਉਹਦੀ ਸੁਣ ਲਈ ਉਹਦੇ ਨੇੜੇ ਆਉਂਦੇ ਸਨ, ਅਤੇ ਫਰੀਸੀ ਔਰ ਗ੍ਰੰਥੀ ਦੋਵੇਂ ਬੁੜਬੜਾ ਕੇ ਬੋਲੇ, ਭਾਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਨਾਲ ਖਾਂਦਾ ਹੈ। ਕੀ ਮੈਂ ਇੱਥੇ ਇੱਕ ਪਲ ਉਸ ਬਾਰੇ ਜਿੱਥੇ ਅੱਜ ਅਸੀਂ ਕਲੀਸਿਆ ਵਿੱਚ ਹਾਂ, ਇੱਕ ਬਹੁਤ ਹੀ ਤਿੱਖਾ ਵਿਚਾਰ ਪੇਸ਼ ਕਰਨ ਲਈ ਗੱਲ ਟੋਕ ਸਕਦਾ ਹਾਂ? ਲੋਕ ਹੈਰਾਨ ਹਨ ਕਿ ਕਿਉਂ ਜ਼ਿਆਦਾ ਦੋਸਤ ਪ੍ਰਭੂ ਵਿੱਚ ਨਹੀਂ ਆ ਰਹੇ। ਕੀ ਤੁਸੀਂ ਜਾਣਦੇ ਹੋ ਕਿਉਂ ਨਹੀਂ? ਸਾਡੇ ਕਈ ਦੋਸਤ ਨਹੀਂ ਜਿਹੜੇ ਪ੍ਰਭੂ ਨੂੰ ਨਹੀਂ ਮੰਨਦੇ। ਅਸੀਂ ਕੋਈ ਦੋਸਤ ਨਹੀਂ ਬਣਾਉਂਦੇ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ। ਅਸੀਂ ਆਪਣੇ ਮਸੀਹ ਭਾਈਚਾਰੇ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਕਰਨਾ ਵੀ ਚਾਹੀਦਾ ਹੈ, ਪਰ ਅਸੀਂ ਸਾਡੇ ਆਪਣੇ ਭਾਈਚਾਰੇ ਜਾਂ ਸੰਗਤੀ ਵਿੱਚ ਇੰਨੇ ਖੁੱਭ ਚੁੱਕੇ ਹਾਂ ਕਿ ਅਸੀਂ ਉਹਨਾਂ ਲੋਕਾਂ ਤੱਕ ਜਿਹੜੇ ਹਾਲੇ ਤੱਕ ਬਚਾਏ ਨਹੀਂ ਗਏ, ਉਸ ਤਰ੍ਹਾਂ ਨਹੀਂ ਪਹੁੰਚ ਰਹੇ ਜਿਵੇਂ ਅਸੀਂ ਪਹਿਲਾਂ ਪਹੁੰਚਦੇ ਸੀ। ਅਸੀਂ ਇਸ ਗੱਲ ਦੀ ਬਹੁਤ ਚਿੰਤਾ ਕਰਦੇ ਹਾਂ ਕਿ ਲੋਕ ਕੀ ਸੋਚਣਗੇ ਜੇ ਉਹ ਸਾਨੂੰ ਉਹਨਾਂ ਦੀ ਸੰਗਤੀ ਵਿੱਚ ਵੇਖਣਗੇ, ਜਿਹੜੇ ਜ਼ਰੂਰੀ ਨਹੀਂ ਕਿ ਜ਼ਿੰਦਗੀ ਪ੍ਰਤੀ ਉਸ ਢੰਗ ਨਾਲ ਜਵਾਬ ਦੇਣ ਜਿਵੇਂ ਅਸੀਂ ਦਿੰਦੇ ਹਾਂ। ਯਿਸੂ ਆਪਣੇ ਚਾਲ ਚੱਲਣ ਵਿੱਚ ਉਸ ਕਿਸਮ ਦੀ ਜੀਵਨ ਸ਼ੈਲੀ ਦੀ ਨਿੰਦਾ ਹੈ। ਯਿਸੂ ਕਹਿੰਦਾ ਹੈ, ਜੇ ਤੁਸੀਂ ਪਾਪੀਆਂ ਤੱਕ ਪਹੁੰਚਣਾ ਹੈ, ਤੁਹਾਨੂੰ ਉੱਥੇ ਹੋਣਾ ਚਾਹੀਦਾ ਹੈ ਜਿੱਥੇ ਉਹ ਹਨ। ਤੁਸੀਂ ਉਸ ਕੋਲ ਕਿਵੇਂ ਪਹੁੰਚੋਗੇ ਜਿਸ ਨੂੰ ਤੁਸੀਂ ਨਹੀਂ ਜਾਣਦੇ? ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਹੈ ਉਹਨਾਂ ਲੋਕਾਂ ਨਾਲ ਸੰਬੰਧ ਕਾਇਮ ਕਰਨਾ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ। ਮੈਨੂੰ ਇਹ ਆਪਣਾ ਰਾਸਤਾ ਛੱਡ ਕੇ ਕਰਨਾ ਪਵੇਗਾ। ਮੈਨੂੰ ਇਸ ਤੇ ਸਖਤ ਮਿਹਨਤ ਕਰਨੀ ਪਵੇਗੀ। ਪਰ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਸੰਗਠਿਤ ਹਾਲਾਤਾਂ ਅਤੇ ਗੁਆਂਢੀ ਹਾਲਾਤਾਂ ਅਤੇ ਕੰਮਾਂ ਦੇ ਹਾਲਾਤਾਂ ਵਿੱਚ ਹੋ, ਜਿੱਥੇ ਤੁਸੀਂ ਲਗਾਤਾਰ ਉਹਨਾਂ ਲੋਕਾਂ ਨਾਲ ਮੋਢਾ ਰਗੜਦੇ ਹੋ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ। ਅਤੇ ਮੈਨੂੰ ਹੈਰਾਨਗੀ ਹੋਵੇਗੀ ਜੇ ਤੁਸੀਂ ਉਹਨਾਂ ਨਾਲ ਉਸੇ ਹੀ ਇਮਾਨਦਾਰੀ ਨਾਲ ਸੰਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਤੁਸੀਂ ਉਹਨਾਂ ਨਾਲ ਕਰਦੇ ਹੋ, ਜਿਨ੍ਹਾਂ ਨਾਲ ਤੁਹਾਨੂੰ ਸਮਾਂ ਗੁਜ਼ਾਰਨਾ ਸੌਖਾ ਅਤੇ ਆਰਾਮਦਾਇਕ ਲੱਗਦਾ ਹੈ। ਸ਼ਬਦ ਦੇ ਸਹੀ ਮਾਇਨੇ ਵਿੱਚ ਯਿਸੂ ਮਸੂਲੀਆਂ ਅਤੇ ਪਾਪੀਆਂ ਨਾਲ ਆਰਾਮਦਾਇਕ ਮਹਿਸੂਸ ਕਰਦਾ ਸੀ। ਉਹ ਉਸ ਮੁੱਖ ਕਾਰਨ ਦੀ ਨੁਮਾਇੰਦਗੀ ਕਰਦੇ ਸਨ ਜਿਸ ਲਈ ਯਿਸੂ ਆਇਆ ਸੀ। ਉਸਨੇ ਜ਼ਰੂਰ ਵਿੱਚ ਲੋਕਾਂ ਕੋਲੋਂ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਜੱਕੀ ਨਾਲ ਉਸ ਦੇ ਘਰ ਜਾ ਰਿਹਾ ਹੈ। ਉਸਨੇ ਇਹ ਨਹੀਂ ਕਿਹਾ, ਜੱਕੀ ਕੀ ਤੇਰੇ ਘਰ ਦੇ ਪਿੱਛੇ ਕੋਈ ਰਾਸਤਾ ਜਾਂਦਾ ਹੈ? ਕੀ ਅਸੀਂ ਨਿਕੋਦਿਮਸ ਵਾਂਗ ਰਾਤ ਨੂੰ ਤੇਰੇ ਘਰ ਨਹੀਂ ਜਾ ਸਕਦੇ? ਉਹ ਜਰੋਹ ਦੀਆਂ ਗਲੀਆਂ ਵਿੱਚੋਂ ਦੀ ਗਿਆ। ਦਰਅਸਲ ਉਹ ਸਾਰੇ ਲੋਕਾਂ ਨਾਲ ਬੋਲਿਆ ਜਦੋਂ ਉਸਨੇ ਜੱਕੀ ਬ੍ਰਿਜ ਤੋਂ ਉਤਰ ਆਉਣ ਲਈ ਕਿਹਾ। ਜੱਕੀ ਉਤਰਾ, ਅੱਜ ਮੈਂ ਤੇਰੇ ਘਰ ਰਹਿਣਾ ਹੈ। ਸਾਰਿਆਂ ਨੇ ਇਹ ਕਹਿੰਦੇ ਸੁਣਿਆ, ਹਰੇਕ ਨੇ ਇਹ ਜਾਣਿਆ ਅਤੇ ਉਹ ਇਸ ਆਦਮੀ ਨਾਲ ਉਸ ਦੇ ਘਰ ਗਿਆ।
ਨੰਬਰ 5, ਬਚਾਇਆ ਹੋਇਆ ਮਨੁੱਖ। ਅਤੇ ਇਹ ਸਾਨੂੰ 8 ਅਤੇ 9 ਐਤ ਵਿੱਚ ਲੈ ਕੇ ਆਉਂਦਾ ਹੈ ਅਤੇ ਅਸੀਂ ਪਾਪੀ ਵੱਲੋਂ ਉਸ ਮਨੁੱਖ ਵੱਲ ਆਉਂਦੇ ਹਾਂ ਜਿਹੜਾ ਖੋਜ ਕਰਨ ਵਾਲਾ ਸੀ, ਜਿਹੜਾ ਮੁਕਤੀਦਾਤਾ ਕੋਲ ਦੌੜਿਆ ਆਇਆ, ਅਤੇ ਹੁਣ ਅਸੀਂ ਇਹ ਵੇਖਣ ਜਾ ਰਹੇ ਹਾਂ ਕਿ ਉਹ ਇੱਕ ਵਿਸ਼ਵਾਸੀ ਬਣ ਗਿਆ ਹੈ। ਜੱਕੀ ਬਦਲ ਗਿਆ ਹੈ, ਉਹ ਤਬਦੀਲ ਹੋ ਗਿਆ ਹੈ। ਜਵਾਨ ਅਮੀਰ ਹਾਕਮ ਵਾਂਗ ਉਹ ਉਦਾਸ ਹੋ ਕੇ ਨਹੀਂ ਗਿਆ। ਜੱਕੀ ਖੁਸ਼ੀ ਨਾਲ ਭਰਨ ਜਾ ਰਿਹਾ ਹੈ ਉਸ ਲਈ ਜੋ ਉਸ ਦੀ ਜ਼ਿੰਦਗੀ ਵਿੱਚ ਹੋਇਆ ਹੈ। ਭਾਗ ਊੜਾ, ਜੱਕੀ ਦਾ ਇਕਰਾਰ। ਸਭ ਤੋਂ ਪਹਿਲਾਂ ਉਹ ਇੱਕ ਇਕਰਾਰ ਕਰਦਾ ਹੈ, ਐਤ 8। ਪਰ ਜੱਕੀ ਨੇ ਖੜੇ ਹੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ, ਵੇਖ, ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ, ਔਰ ਜੇ ਮੈਂ ਕਿਸੇ ਉੱਤੇ ਊਚ ਲਾ ਕੇ ਕੁਝ ਲਿਆ ਹੈ ਤੇ ਚੌਗਣਾ ਮੋੜਦਾ ਹਾਂ। ਹੁਣ ਜੇ ਉਹ ਅੱਧਾ ਮਾਲ ਕੰਗਾਲਾਂ ਨੂੰ ਦੇ ਰਿਹਾ ਹੈ ਤਾਂ ਉਹ ਪਹਿਲਾਂ ਤੋਂ ਹੀ ਫਰੀਸੀਆਂ ਨਾਲੋਂ ਚੰਗਾ ਕਰ ਰਿਹਾ ਹੈ, ਜਿਹੜਾ ਦਸ਼ਮਾਂਸ਼ ਤੇ ਵੀ ਬਹਿਸ ਕਰਦੇ ਹਨ। ਪਰ ਇੱਥੇ ਉਹ ਕਹਿ ਰਹੇ ਹਨ ਕਿ ਉਹ ਮੰਨ ਰਿਹਾ ਹੈ ਕਿ ਜੋ ਉਸਨੇ ਕੀਤਾ ਸੀ ਉਹ ਗਲਤ ਹੈ। ਕਿ ਤੁਸੀਂ ਵੇਖਦੇ ਹੋ, ਜਿੱਥੇ ਉਸਨੇ ਕਿਹਾ, ਜੇ ਮੈਂ ਕਿਸੇ ਉੱਤੇ ਊਚ ਲਾ ਕੇ ਕੁਝ ਲਿਆ ਹੈ, ਸਾਫ਼ ਹੈ ਕਿ ਉਹ ਜਰੋਹ ਵਿੱਚ ਕੁਝ ਨਾਗਰਿਕਾਂ ਕੋਲ ਗਿਆ ਸੀ ਅਤੇ ਉਹਨਾਂ ਤੇ ਉਹਨਾਂ ਕੰਮਾਂ ਦਾ ਦੋਸ਼ ਲਾਇਆ ਸੀ ਜੋ ਉਹ ਜਾਣਦਾ ਸੀ ਕਿ ਉਹਨਾਂ ਨੇ ਨਹੀਂ ਕੀਤੇ ਸਨ, ਅਤੇ ਉਹਨਾਂ ਕੋਲੋਂ ਜਬਰਨ ਪੈਸਾ ਵਸੂਲੇ ਸਨ। ਅਤੇ ਹੁਣ ਉਸਨੇ ਮੰਨ ਲਿਆ ਹੈ ਕਿ ਕਿਉਂਕਿ ਉਸ ਦੀ ਮੁਲਾਕਾਤ ਯਿਸੂ ਨਾਲ ਹੋ ਗਈ ਹੈ ਅਤੇ ਉਹ ਚੌਗਣਾ ਮੋੜਨ ਜਾ ਰਿਹਾ ਹੈ। ਇੱਥੇ ਇੱਕ ਬਹੁਤ ਹੀ ਦਿਲਚਸਪ ਵਿਚਾਰ ਹੈ। ਜੇ ਤੁਸੀਂ ਕਿਸੇ ਕੋਲੋਂ ਵਾਧੂ ਪੈਸਾ ਲੈਂਦੇ ਹੋ, ਜਾਂ ਜੇ ਤੁਸੀਂ ਕੁਝ ਗੈਰ ਕਾਨੂੰਨੀ ਢੰਗ ਨਾਲ ਲੈਂਦੇ ਹੋ, ਜਾਂ ਜੇ ਤੁਸੀਂ ਨਿਯਮ ਵਿੱਚ ਕਿਸੇ ਨਾਲ ਧੋਖਾ ਕਰਦੇ ਹੋ, ਤਾਂ ਜਿੰਨਾ ਤੁਸੀਂ ਚੁਰਾਇਆ ਹੈ ਤੁਹਾਨੂੰ ਉਸ ਰਕਮ ਦਾ 5 ਗੁਣਾ ਵਾਧੂ ਮੋੜਨਾ ਪੈਂਦਾ ਹੈ। ਪਰ ਜੱਕੀ ਨੇ ਕਿਹਾ, ਮੈਂ ਉਸ ਦਾ ਚੌਗਣਾ ਮੋੜਦਾ ਹਾਂ। ਅਤੇ ਕੀ ਤੁਸੀਂ ਜਾਣਦੇ ਹੋ ਇਸ ਬਾਰੇ ਦਿਲਚਸਪ ਕੀ ਹੈ? ਪੁਰਾਣੇ ਨੇਮ ਦੀ ਸ਼ਰ੍ਹਾ ਮੁਤਾਬਕ ਜੇ ਤੁਸੀਂ ਕੁਝ ਜਾਣ-ਬੁੱਝ ਕੇ ਚੋਰੀ ਕੀਤਾ ਹੈ ਤਾਂ ਉਸ ਦਾ ਚੌਗਣਾ ਮੋੜਨਾ ਪੈਂਦਾ ਹੈ। ਇਹ ਚੁਰਾਉਣਾ ਚੌਗਣਾ ਮੋੜਨਾ ਪੈਂਦਾ ਸੀ। ਇਸ ਲਈ ਜੱਕੀ ਇਸ ਸਿੱਟੇ ਤੇ ਪੁੱਜ ਕੇ ਉਹ ਜਰੋਹ ਦੇ ਲੋਕਾਂ ਕੋਲੋਂ ਜਬਰਨ ਪੈਸਾ ਵਸੂਲ ਕਰਕੇ ਚੋਰੀ ਹੀ ਕਰ ਰਿਹਾ ਸੀ। ਇਸ ਲਈ ਉਹ ਆਪਣੀ ਗਲਤੀ ਸੁਧਾਰਨ ਲਈ ਚੌਗਣਾ ਮੋੜਨ ਜਾ ਰਿਹਾ ਸੀ। ਇਹ ਉਸ ਦੇ ਪਾਪ ਦਾ ਇਕਰਾਰ ਸੀ। ਤੁਹਾਡੇ ਵਿੱਚੋਂ ਕਿੰਨੇ ਜਾਣਦੇ ਹਨ ਕਿ ਤੁਸੀਂ ਵੀ ਯਿਸੂ ਕੋਲ ਆਉਣ ਉਸ ਦਰਵਾਜ਼ੇ ਰਾਹੀਂ ਆਏ? ਤੁਹਾਨੂੰ ਆਪਣੇ ਪਾਪ ਦਾ ਇਕਰਾਰ ਕਰਨ ਦੀ ਲੋੜ ਹੈ। ਤੁਹਾਨੂੰ ਇਹ ਕਬੂਲ ਕਰਨ ਦੀ ਲੋੜ ਹੈ ਕਿ ਤੁਸੀਂ ਪਾਪੀ ਹੋ। ਇਹ ਸੱਚਾ ਅਤੇ ਦਿਲੀ ਇਕਰਾਰ ਹੈ, ਕਿਉਂਕਿ ਇਸ ਨੂੰ ਉਸ ਲੋੜ ਪ੍ਰਾਪਤੀ ਜਵਾਬ ਦਿੱਤਾ ਜੋ ਸ਼ਰ੍ਹਾ ਕਰਨ ਲਈ ਕਹਿੰਦੀ ਹੈ। ਸਾਡੇ ਕੋਲ ਸੰਸਾਰ ਵਿੱਚ ਬਹੁਤ ਸਾਰੇ ਸੌਖੇ ਵਿਸ਼ਵਾਸਵਾਦ ਹਨ, ਜਿੱਥੇ ਲੋਕ ਸ਼ਬਦ ਕਹਿੰਦੇ ਹਨ ਅਤੇ ਪ੍ਰਾਰਥਨਾਵਾਂ ਕਰਦੇ ਹਨ, ਪਰ ਉਹਨਾਂ ਦੀਆਂ ਜ਼ਿੰਦਗੀਆਂ ਨਹੀਂ ਬਦਲਦੀਆਂ। ਭਾਗ ਐੜਾ, ਜੱਕੀ ਦਾ ਬਦਲਣਾ। ਜੱਕੀ ਨੇ ਜੋ ਗਲਤ ਕੀਤਾ ਸੀ ਉਸ ਨੂੰ ਸਹੀ ਕਰਕੇ ਉਸਨੇ ਆਪਣੇ ਬਦਲ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ। ਉਸਨੇ ਆਪਣੇ ਪਾਪ ਦਾ ਇਕਰਾਰ ਕੀਤਾ ਅਤੇ ਉਸ ਦਾ ਕਾਰਨ ਇਸ ਕਾਰਨ ਨਹੀਂ ਕਿ ਉਸਨੇ ਨਜਾਇਜ਼ ਵਸੂਲੀਆਂ ਪੈਸਾ ਮੋੜ ਦਿੱਤਾ ਜਾਂ ਉਸਨੇ ਇਹ ਧਾਰਮਿਕ ਚੀਜ਼ਾਂ ਕੀਤੀਆਂ ਉਸ ਕਾਰਨ, ਪਰ ਕਿਉਂਕਿ ਉਸਨੇ ਇਕਰਾਰ ਕੀਤਾ ਤੇ ਮੰਨ ਲਿਆ ਕਿ ਉਸਨੇ ਪਾਪ ਕੀਤਾ ਸੀ, ਉਹ ਬਦਲ ਗਿਆ। ਯਿਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ, ਇਸ ਲਈ ਜੋ ਉਹ ਵੀ ਅਬਰਾਹਾਮ ਦਾ ਪੁੱਤਰ ਹੈ। ਦਿਲਚਸਪ ਵਿਚਾਰ, ਉਸ ਦੇ ਬਦਲ ਦੇ ਕਾਲ ਤੇ ਧਿਆਨ ਦਿਓ। ਇਹ ਅੱਜ ਹੈ। ਉਸ ਨੂੰ ਇੱਕ ਹਫ਼ਤਾ ਜਾਂ ਇੱਕ ਮਹੀਨਾ ਇੰਤਜ਼ਾਰ ਨਹੀਂ ਕਰਨਾ ਪਿਆ, ਜਾਂ ਇਸ ਵਿਚਾਰ ਨਹੀਂ ਕਰਨਾ ਪਿਆ, ਜਾਂ ਇਸ ਨੂੰ ਕਿਸੇ ਹੋਰ ਸਮੇਂ ਲਈ ਅੱਗੇ ਨਹੀਂ ਟਾਲਣਾ ਪਿਆ। ਜਿਸ ਪਲ ਉਸਨੇ ਆਪਣੇ ਪਾਪ ਦਾ ਇਕਰਾਰ ਕੀਤਾ ਸੀ, ਮਸੀਹ ਨੂੰ ਕਬੂਲ ਕਰ ਲਿਆ, ਉਹ ਬਦਲ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਇਵੇਂ ਹੀ ਹੁੰਦਾ ਆ ਰਿਹਾ ਹੈ। ਤੁਹਾਡੇ ਵਿੱਚੋਂ ਕਿੰਨੇ ਜਣੇ ਇਸ ਗੱਲ ਤੋਂ ਖੁਸ਼ ਹਨ ਕਿ ਮਸੀਹ ਬਣਨਾ ਇੱਕ ਪ੍ਰਕਿਰਿਆ ਨਹੀਂ ਹੈ? ਤੁਹਾਨੂੰ 10 ਹਫ਼ਤਿਆਂ ਤੱਕ ਕਿਸੇ ਪ੍ਰਸ਼ਨਾਵਲੀ ਵਿੱਚੋਂ ਗੁਜ਼ਰਨ ਦੀ ਲੋੜ ਨਹੀਂ ਹੈ, ਅਤੇ ਫਿਰ ਉਸ ਦੇ ਅੰਤ ਵਿੱਚ ਤੁਸੀਂ ਗ੍ਰੈਜੂਏਟ ਹੁੰਦੇ ਹੋ ਕਿ ਤੁਸੀਂ ਇੱਕ ਮਸੀਹ ਹੋ। ਜਿਸ ਪਲ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ ਅਤੇ ਆਪਣੇ ਪਾਪ ਦਾ ਇਕਰਾਰ ਕਰਦੇ ਹੋ ਅਤੇ ਮਾਫੀ ਮੰਗਦੇ ਹੋ, ਤਾਂ ਤੁਸੀਂ ਪਰਮੇਸ਼ਰ ਦੀ ਸੰਤਾਨ ਬਣ ਜਾਂਦੇ ਹੋ। ਇਹ ਵਰਤਮਾਨ ਕਾਲ ਹੈ, ਤੁਰੰਤ ਹੋਣ ਵਾਲਾ ਅਨੁਭਵ, ਅਤੇ ਇਹ ਨਿੱਜੀ ਸੀ। ਯਿਸੂ ਨੇ ਕਿਹਾ, ਇਸ ਲਈ ਜੋ ਇਹ ਵੀ ਅਬਰਾਹਾਮ ਦਾ ਪੁੱਤਰ ਹੈ। ਸਪਸ਼ਟ ਹੈ ਕਿ ਉਹ ਇੱਕ ਯਹੂਦੀ ਸੀ, ਪਰ ਇਸ ਦਾ ਅਰਥ ਇਸ ਤੋਂ ਕਿਤੇ ਵੱਧ ਸੀ।
ਤੁਹਾਡੇ ਵਿੱਚੋਂ ਕਿੰਨੇ ਜਾਣਦੇ ਹਨ ਕਿ ਅਬਰਾਹਾਮ ਦਾ ਪੁੱਤਰ ਬਣਨ ਲਈ, ਅਬਰਾਹਾਮ ਦਾ ਇੱਕ ਸੱਚਾ ਪੁੱਤਰ ਬਣਨ ਲਈ ਤੁਹਾਨੂੰ ਮਸੀਹ ਤੇ ਵਿਸ਼ਵਾਸ ਕਰਨ ਦੀ ਲੋੜ ਹੈ। ਗਲਾਤੀਆਂ 3 ਨੂੰ ਸੁਣੋ। ਗਲਾਤੀਆਂ 3 ਦੇ 7 ਤੋਂ 9 ਵਚਨ। ਸੋ ਜਾਣ ਛੱਡੋ ਭਾਈ, ਜਿਹੜਾ ਪ੍ਰਤੀਤੀ ਵਾਲੇ ਹਨ ਉਹ ਅਬਰਾਹਾਮ ਦੇ ਪੁੱਤਰ ਹਨ, ਅਤੇ ਧਰਮ ਪੁਸਤਕ ਨੇ ਅੱਗਿਓਂ ਇਹ ਵੇਖ ਕੇ ਭਾਈ ਪਰਮੇਸ਼ਰ ਪਰਾਈਆਂ ਕੌਮਾਂ ਨੂੰ ਨੇਚਾ ਦੇ ਰਾਹੀਂ ਧਰਮੀ ਠਹਿਰਾਵੇਗਾ। ਅਬਰਾਹਾਮ ਨੂੰ ਅੱਗੇ ਹੀ ਇਹ ਖੁਸ਼ਖਬਰੀ ਸੁਣਾਈ, ਭਾਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ। ਸੋ ਜਿਹੜੇ ਨੇਚਾ ਕਰਨ ਵਾਲੇ ਹਨ ਉਹ ਨੇਚਾਵਾਨ ਅਬਰਾਹਾਮ ਨਾਲ ਮੁਬਾਰਕ ਹਨ। ਮੈਂ ਅਬਰਾਹਾਮ ਦਾ ਪੁੱਤਰ ਹਾਂ। ਜੇ ਤੁਸੀਂ ਵੀ ਪਰਮੇਸ਼ਰ ਦੇ ਰਾਜ ਵਿੱਚ ਜਨਮ ਲਿਆ ਹੈ ਤਾਂ ਤੁਸੀਂ ਵੀ ਅਬਰਾਹਾਮ ਦੇ ਪੁੱਤਰ ਹੋ। ਤੁਸੀਂ ਅਬਰਾਹਾਮ ਦੀ ਸੰਤਾਨ ਹੋ, ਨੇਚਾ ਦੀ ਸੰਤਾਨ ਹੋ। ਇਹ ਸੀ ਜੋ ਯਿਸੂ ਜੱਕੀ ਬਾਰੇ ਕਹਿ ਰਿਹਾ ਸੀ। ਉਹ ਅਬਰਾਹਾਮ ਦਾ ਪੁੱਤਰ ਹੈ, ਉਹ ਨੇਚਾ ਦਾ ਪੁੱਤਰ ਹੈ, ਉਹ ਇੱਕ ਮਸੀਹੀ ਜਾਂ ਵਿਸ਼ਵਾਸੀ ਹੈ। ਅਤੇ ਇਹ ਹੀ ਕਹਾਣੀ ਉਸ ਪਦਰੇ ਆਦਮੀ ਦੀ ਪ੍ਰਭੂ ਵਿੱਚ ਦਿਲਚਸਪੀ ਲੈਣ ਕਾਰਨ ਬਚਾਇਆ ਗਿਆ। ਉਸਨੇ ਆਪਣੀ ਦਿਲਚਸਪੀ ਅਤੇ ਇੱਛਾ ਨਾਲ ਪ੍ਰਭੂ ਨੂੰ ਪਾ ਲਿਆ ਅਤੇ ਇੱਕ ਦਿਨ ਆਪਣੇ ਹੀ ਘਰ ਵਿੱਚ ਯਿਸੂ ਨਾਲ ਭੋਜਨ ਕਰਦਿਆਂ ਉਹ ਵਿਸ਼ਵਾਸੀ ਬਣ ਗਿਆ। ਨੰਬਰ 5, ਇਸ ਕਹਾਣੀ ਪਿਛਲਾ ਸਿਧਾਂਤ। ਪਰ ਜਦੋਂ ਅਸੀਂ ਆਖਰੀ ਐਤ 10 ਵਿੱਚ ਆਉਂਦੇ ਹਾਂ, ਧਿਆਨ ਦਿਓ, ਇਹ ਕਹਿੰਦੀ ਹੈ, ਕਿਉਂ ਜੋ ਮਨੁੱਖ ਦਾ ਪੁੱਤਰ ਗਵਾਚਿਆ ਹੈ ਉਹਨੂੰ ਭਾਲਣ ਅਤੇ ਬਚਾਉਣ ਲਈ ਆਇਆ। ਇਹ ਐਤ ਇਸ ਸਾਰੀ ਕਹਾਣੀ ਦੇ ਪਿੱਛੇ ਦਾ ਸਿਧਾਂਤ ਹੈ। ਯਿਸੂ ਸ਼ਹਿਰ ਦੇ ਸਭ ਤੋਂ ਭੈੜੇ ਆਦਮੀ ਨਾਲ ਕਿਉਂ ਗਿਆ? ਕਿਉਂ ਜੋ ਮਨੁੱਖ ਦਾ ਪੁੱਤਰ ਗਵਾਚਿਆ ਹੈ ਉਹਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ। ਯਿਸੂ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਮਿਲਦਾ ਹੈ? ਕਿਉਂਕਿ ਉਸ ਦਾ ਮਕਸਦ ਗਵਾਚਿਆਂ ਨੂੰ ਭਾਲਣਾ ਅਤੇ ਬਚਾਉਣਾ ਸੀ। ਉਹ ਚੰਗੇ ਲੋਕਾਂ ਨਾਲ ਸਮਾਂ ਗੁਜ਼ਾਰਨ ਲਈ ਨਹੀਂ ਸੀ ਆਇਆ। ਉਹ ਉਹਨਾਂ ਲੋਕਾਂ ਲਈ ਨਿਸਤਾਰਾ ਬਣਨ ਲਈ ਆਇਆ ਸੀ ਜਿਹੜਾ ਗਵਾਚੇ ਹੋਏ ਸਨ। ਅਤੇ ਪਹਿਲਾਂ ਮੱਤੀ ਦੀ ਕਿਤਾਬ ਵਿੱਚ ਜਿਹੜਾ ਉਦਾਹਰਨ ਮੈਂ ਤੁਹਾਨੂੰ ਦਿੱਤੀ ਸੀ, ਜਦੋਂ ਉਹਨਾਂ ਉਸ ਨੂੰ ਪੁੱਛਿਆ ਕਿ ਉਹ ਮਸੂਲੀਆਂ ਨਾਲ ਕਿਉਂ ਖਾਂਦਾ ਹੈ, ਮੱਤੀ 9 ਅਧਿਆਇ ਉਸ ਦੀ 12 ਐਤ ਵਿੱਚ ਉਸ ਦਾ ਇਹ ਜਵਾਬ ਹੈ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਯਿਸੂ ਨੇ ਕਿਹਾ, ਮੈਂ ਉਹਨਾਂ ਲਈ ਨਹੀਂ ਆਇਆ ਜੋ ਨਰੋਏ ਹਨ, ਮੈਂ ਉਹਨਾਂ ਲਈ ਆਇਆ ਜਿਹੜੇ ਲੋੜਵੰਦ ਹਨ। ਤੁਸੀਂ ਵੇਖੋ, ਅਸੀਂ ਸਾਰੇ ਲੋੜਵੰਦ ਹਾਂ, ਪਰ ਜਦੋਂ ਤੱਕ ਅਸੀਂ ਇਸ ਲੋੜ ਨੂੰ ਪਛਾਣਦੇ ਨਹੀਂ, ਅਸੀਂ ਮੁਕਤੀ ਲਈ ਉਮੀਦਵਾਰ ਨਹੀਂ ਬਣਦੇ। ਯਿਸੂ ਨੇ ਉਹਨਾਂ ਲੋਕਾਂ ਨਾਲ ਸਮਾਂ ਗੁਜ਼ਾਰਿਆ ਜਿਨ੍ਹਾਂ ਉਹਨੂੰ ਨਹੀਂ ਜਾਣਦੇ ਸਨ। ਮਸੂਲੀਆਂ ਅਤੇ ਪਾਪੀਆਂ ਨੂੰ ਇਹ ਮਨਾਉਣ ਦੀ ਲੋੜ ਨਹੀਂ ਪਈ ਕਿ ਉਹਨਾਂ ਨੂੰ ਪ੍ਰਭੂ ਦੀ ਲੋੜ ਹੈ ਅਤੇ ਉਸ ਨੇ ਉਹਨਾਂ ਨੂੰ ਭਾਲਿਆ। ਉਹ ਸੰਸਾਰ ਦਾ ਮੁਕਤੀਦਾਤਾ ਬਣਨ ਲਈ ਆਇਆ। ਕੀ ਮੈਂ ਅੱਜ ਤੁਹਾਨੂੰ ਕਹਿ ਸਕਦਾ ਹਾਂ ਕਿ ਪ੍ਰਭੂ ਯਿਸੂ ਤੁਹਾਡਾ ਨਾਮ ਜਾਣਦਾ ਹੈ ਅਤੇ ਉਹ ਤੁਹਾਡੇ ਦਿਲ ਨੂੰ ਜਾਣਦਾ ਹੈ, ਅਤੇ ਇਸ ਸੰਸਾਰ ਵਿੱਚ ਆਉਣ ਦੇ ਮੁੱਖ ਕਾਰਨ ਵਿੱਚੋਂ ਇੱਕ ਕਾਰਨ ਇਹ ਵੀ ਸੀ ਕਿ ਉਹ ਤੁਹਾਡੇ ਲਈ ਸਲੀਬ ਤੇ ਆਪਣੀ ਜਾਨ ਦੇਣ ਲਈ ਆਇਆ। ਇਹ ਕਿਸੇ ਜਾਤੀ ਦੀ ਗੱਲ ਨਹੀਂ ਹੈ, ਇਹ ਕਿਸੇ ਪੀੜ੍ਹੀ ਦੀ ਗੱਲ ਨਹੀਂ ਹੈ, ਇਹ ਇੱਕ ਨਿੱਜੀ ਗੱਲ ਹੈ। ਪਰਮੇਸ਼ੁਰ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਇਸ ਲਈ ਉਸ ਨੇ ਇਸ ਸੰਸਾਰ ਵਿੱਚ ਆਪਣੇ ਪੁੱਤਰ ਨੂੰ ਘੱਲਿਆ ਅਤੇ ਮਸੀਹ ਇਸ ਸੰਸਾਰ ਵਿੱਚ ਤੁਹਾਡੇ ਲਈ ਆਇਆ ਹੈ। ਉਹ ਤੁਹਾਨੂੰ ਲੱਭ ਰਿਹਾ ਹੈ, ਭਾਵੇਂ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ। ਅਤੇ ਜੇ ਤੁਹਾਡੇ ਅੰਦਰ ਪ੍ਰਭੂ ਨੂੰ ਜਾਣਨ ਦੀ ਸੱਚੀ ਇੱਛਾ ਹੈ, ਇਹ ਸਿਰਫ ਇਸ ਲਈ ਹੈ ਕਿਉਂਕਿ ਉਹ ਤੁਹਾਨੂੰ ਲੱਭ ਰਿਹਾ ਹੈ ਆਪਣੇ ਵੱਲ ਖਿੱਚਣ ਲਈ। ਅਤੇ ਬਾਈਬਲ ਦੱਸਦੀ ਹੈ ਕਿ ਤੁਹਾਨੂੰ ਛੇਤੀ ਕਰਨ ਦੀ ਲੋੜ ਹੈ ਅਤੇ ਤੁਹਾਨੂੰ ਅੱਜ ਹੀ ਫੈਸਲਾ ਲੈਣ ਦੀ ਲੋੜ ਹੈ। ਤੁਸੀਂ ਕੱਲ੍ਹ ਤੱਕ ਇੰਤਜ਼ਾਰ ਨਾ ਕਰੋ। ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਇਹ ਫੈਸਲਾ ਫਿਰ ਕਦੀ ਲਵਾਂਗਾ। ਤੁਹਾਨੂੰ ਹੁਣੇ ਹੀ ਫੈਸਲਾ ਲੈਣ ਦੀ ਲੋੜ ਹੈ। ਜਿਵੇਂ ਉਸਨੇ ਜੱਕੀ ਨੂੰ ਕਿਹਾ, ਉਹ ਤੁਹਾਨੂੰ ਵੀ ਕਹਿ ਰਿਹਾ ਹੈ, ਛੇਤੀ ਕਰ ਉਤਰ ਆ, ਅੱਜ ਮੈਂ ਤੇਰੇ ਘਰ ਜਾਣਾ ਹੈ, ਮੈਂ ਤੇਰੇ ਦਿਲ ਵਿੱਚ ਰਹਿਣਾ ਚਾਹੁੰਦਾ ਹਾਂ। ਡਾਕਟਰ ਐਲ ਮੂਡੀ, ਸ਼ਿਕਾਗੋ ਦਾ ਮਹਾਨ ਪ੍ਰਚਾਰਕ, ਨੇ 8 ਅਕਤੂਬਰ 1871 ਵਿੱਚ ਇੱਕ ਗੰਭੀਰ ਫੈਸਲਾ ਲਿਆ। ਉਸਨੇ ਸ਼ਿਕਾਗੋ ਵਿੱਚ ਹੁਣ ਤੱਕ ਸਭ ਤੋਂ ਵੱਧ ਲੋਕਾਂ ਵਿੱਚ ਪ੍ਰਚਾਰ ਕੀਤਾ ਅਤੇ ਪ੍ਰਚਾਰ ਕਰਦਿਆਂ ਉਸਨੇ ਇਹ ਸ਼ਬਦ ਕਹੇ, ਤੁਸੀਂ ਉਸ ਯਿਸੂ ਨਾਲ ਕੀ ਕਰੋਗੇ ਜਿਸ ਮਸੀਹ ਕਿਹਾ ਜਾਂਦਾ ਹੈ। ਉਸਨੇ ਉਹ ਕਿਹਾ ਜੋ ਉਸਨੇ ਪਹਿਲਾਂ ਕਦੀ ਨਹੀਂ ਕਿਹਾ ਸੀ ਅਤੇ ਫਿਰ ਇਹ ਕਦੀ ਨਹੀਂ ਕਿਹਾ। ਉਹ ਸਾਰਾ ਹਫ਼ਤਾ ਪ੍ਰਚਾਰ ਕਰਕੇ ਥੱਕਿਆ ਹੋਇਆ ਸੀ ਅਤੇ ਉਸ ਕਾਰਨ ਉਸਨੇ ਸੁਣਨ ਵਾਲਿਆਂ ਨੂੰ ਸੁਸਮਾਚਾਰ ਸੁਣਾਉਣ ਤੋਂ ਬਾਅਦ ਕਿਹਾ, ਮੈਂ ਤੁਹਾਨੂੰ ਇਸ ਤੇ ਸੋਚਣ ਲਈ ਇੱਕ ਹਫ਼ਤਾ ਦਿੰਦਾ ਹਾਂ ਅਤੇ ਜਦੋਂ ਫਿਰ ਅਸੀਂ ਇਕੱਠੇ ਮਿਲਾਂਗੇ ਤਾਂ ਤੁਹਾਨੂੰ ਜਵਾਬ ਦੇਣ ਦਾ ਮੌਕਾ ਮਿਲੇਗਾ। ਗੀਤਾਂ ਵਿੱਚ ਉਸ ਦੀ ਅਗਵਾਈ ਕਰਨ ਵਾਲਾ ਈਰਾ ਸੈਕੀ ਆਖਰੀ ਗੀਤ ਗਾਉਣ ਲਈ ਅੱਗੇ ਆਇਆ ਤੇ ਇਸ ਤੋਂ ਪਹਿਲਾਂ ਕਿ ਉਹ ਗੀਤ ਖਤਮ ਕਰਦਾ, ਸ਼ਿਕਾਗੋ ਦੀਆਂ ਗਲੀਆਂ ਵਿੱਚ ਘੂਗਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ, ਕਿਉਂਕਿ ਸ਼ਿਕਾਗੋ ਵਿੱਚ ਅੱਗ ਲੱਗ ਗਈ ਅਤੇ ਇਸ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ ਉਹਨਾਂ ਵਿੱਚੋਂ ਕੁਝ ਲੋਕ ਜਿਹੜੇ ਉਸ ਰਾਤ ਮੁੰਡੀ ਦਾ ਪ੍ਰਚਾਰ ਸੁਣ ਕੇ ਬਿਨਾਂ ਵਿਸ਼ਵਾਸ ਕੀਤੇ ਆਪਣੇ ਘਰ ਗਏ ਸਨ, ਇਸ ਅੱਗ ਵਿੱਚ ਮਰ ਗਏ। ਡੀ.ਐਲ. ਮੂਡੀ ਇਹ ਕਦੀ ਨਹੀਂ ਭੁੱਲਿਆ, ਜਦ ਕਦੀ ਵੀ ਅਸੀਂ ਪ੍ਰਚਾਰ ਕਰੀਏ,
ਭਾਵੇਂ ਕਿਸੇ ਨੂੰ ਵੀ, ਭਾਵੇਂ ਇਹ ਛੋਟਾ ਸਮੂਹ ਹੋਵੇ ਜਾਂ ਵੱਡਾ, ਸਾਨੂੰ ਹਮੇਸ਼ਾ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਅੱਜ ਹੀ ਮੁਕਤੀ ਦਾ ਦਿਨ ਹੈ। ਯਿਸੂ ਨੇ ਜੱਕੀ ਨੂੰ ਕਿਹਾ, ਉਹ ਤੈਨੂੰ ਵੀ ਕਹਿ ਰਿਹਾ ਹੈ, ਉਹ ਕਹਿ ਰਿਹਾ ਹੈ, ਅੱਜ ਹੀ ਮੁਕਤੀ ਦਾ ਦਿਨ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਲੂਕਾ ਦੀ ਇੰਜੀਲ ਦੇ 19 ਅਧਿਆਏ ਦੀ 1 ਤੋਂ ਲੈ ਕੇ 10 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਜੱਕੀ ਦੇ ਜੀਵਨ ਦੇ ਬਾਰੇ ਗੌਰ ਕੀਤਾ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਯਰੀਹੋ ਵਿੱਚੋਂ ਲੰਘ ਰਹੇ ਸੀ ਅਤੇ ਜੱਕੀ ਪ੍ਰਭੂ ਯਿਸੂ ਜੀ ਨੂੰ ਵੇਖਣਾ ਚਾਹੁੰਦਾ ਸੀ। ਉਹ ਜਾਣਨਾ ਚਾਹੁੰਦਾ ਸੀ ਕਿ ਯਿਸੂ ਕੌਣ ਹੈ। ਅਸੀਂ ਵੇਖਿਆ ਕਿ ਉਹ ਯਿਸੂ ਜੀ ਦਾ ਇੱਕ ਸੱਚਾ ਖੋਜੀ ਸੀ। ਅਸੀਂ ਜਾਣਿਆ ਕਿ ਇਹ ਇੱਕ ਅਜਿਹਾ ਮੌਕਾ ਸੀ ਜਦੋਂ ਯਿਸੂ ਜੀ ਨੇ ਉਸ ਨੂੰ ਵੇਖ ਕੇ ਉਸ ਨੂੰ ਆਪ ਨਿਯੋਤਾ ਦਿੱਤਾ ਕਿ ਉਹਦੇ ਘਰ ਜਾ ਕੇ ਖਾਣਾ ਖਾਣਾ ਚਾਹੁੰਦਾ ਹੈ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੱਕੀ ਦੇ ਲਈ ਇਹ ਸੁਨਹਿਰਾ ਮੌਕਾ ਸੀ ਜਿਸ ਨੂੰ ਉਹ ਆਪਣੇ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦਾ। ਉਹ ਖੁਸ਼ੀ-ਖੁਸ਼ੀ ਪੇੜ ਤੋਂ ਉਤਰ ਕੇ ਯਿਸੂ ਜੀ ਨੂੰ ਆਪਣੇ ਨਾਲ ਲੈ ਗਿਆ ਅਤੇ ਉਹਦੇ ਲਈ ਭੋਜਨ ਤਿਆਰ ਕੀਤਾ। ਪ੍ਰਭੂ ਯਿਸੂ ਜੀ ਦੇ ਨਾਲ ਉਸ ਦੀ ਮੁਲਾਕਾਤ ਨੇ ਉਸ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਹਨੇ ਆਪਣੇ ਪਾਪਾਂ ਦਾ ਇਕਰਾਰ ਕੀਤਾ। ਇਹ ਉਹਦਾ ਸੱਚਾ ਇਕਰਾਰ ਸੀ ਕਿਉਂਕਿ ਉਹਨੇ ਕਿਹਾ ਕਿ ਉਹਨੇ ਜਿਸ ਕਿਸੇ ਤੋਂ ਵੀ ਜ਼ਬਰਦਸਤੀ ਜਾਂ ਧੋਖੇ ਨਾਲ ਕੁਝ ਵੀ ਹਾਸਿਲ ਕੀਤਾ ਹੈ ਤਾਂ ਉਹਨਾਂ ਨੂੰ ਚੌਗੁਣਾ ਵਾਪਸ ਕਰਦਾ ਹੈ। ਅਸੀਂ ਜਾਣਿਆ ਕਿ ਬਹੁਤ ਸਾਰੇ ਲੋਕ ਆਪਣੇ ਧਨ ਦੇ ਨਾਲ ਪਿਆਰ ਕਰਦੇ ਹਨ। ਉਹਦੀ ਪ੍ਰਭੂ ਯਿਸੂ ਮਸੀਹ ਨੂੰ ਜਾਣਨ ਦੇ ਵਿੱਚ ਦਿਲਚਸਪੀ ਨੇ ਉਹਨੂੰ ਬਚਾ ਲਿਆ। ਦੋਸਤੋ, ਪ੍ਰਭੂ ਯਿਸੂ ਜੀ ਜੱਕੀ ਵਾਂਗ ਤੁਹਾਡੇ ਨਾਮ ਨੂੰ ਜਾਣਦੇ ਹਨ। ਉਹ ਤੁਹਾਨੂੰ ਆਵਾਜ਼ ਦੇ ਕੇ ਬੁਲਾ ਰਹੇ ਹਨ ਅਤੇ ਉਹ ਤੁਹਾਨੂੰ ਲੱਭਦੇ ਹੋਏ ਤੁਹਾਡੇ ਕੋਲ ਆਏ ਹਨ ਅਤੇ ਤੁਹਾਨੂੰ ਪਾਪਾਂ ਤੋਂ ਬਚਾਉਣ ਲਈ ਸਲੀਬ ਉੱਤੇ ਚੜ੍ਹ ਗਏ। ਉਹ ਤੁਹਾਡੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ। ਤੁਹਾਡੀ ਦਿਲਚਸਪੀ ਕਿਸ ਦੇ ਵਿੱਚ ਹੈ? ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਸਿਖਾਇਆ ਕਿ ਅਸੀਂ ਪਿਤਾ ਪਰਮੇਸ਼ਰ ਤੁਹਾਡੇ ਖੋਜੀ ਬਣੀਏ, ਤੁਹਾਡੇ ਵਿੱਚ ਦਿਲਚਸਪੀ ਲਈਏ। ਪ੍ਰਭੂ ਯਿਸੂ ਮਸੀਹ ਜੱਕੀ ਨੇ ਤੁਹਾਡੇ ਵਿੱਚ ਦਿਲਚਸਪੀ ਲਈ ਔਰ ਉਸ ਨੂੰ ਮੁਕਤੀ ਮਿਲ ਗਈ, ਉਸ ਦਾ ਜੀਵਨ ਬਦਲ ਗਿਆ। ਅੱਜ ਪਿਤਾ ਪਰਮੇਸ਼ਰ ਅਸੀਂ ਵੀ ਆਪਣੇ ਜੀਵਨਾਂ ਨੂੰ ਤੁਹਾਡੇ ਅੱਗੇ ਸੌਂਪ ਦਿੰਦੇ ਹਾਂ। ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਆਪਣੇ ਦਿਲ ਵਿੱਚ ਇਸ ਗੱਲ ਨੂੰ ਜਾਣ ਸਕੀਏ ਕਿ ਸਾਡੀ ਜ਼ਰੂਰਤ ਕੀ ਹੈ। ਅਸੀਂ ਵੀ ਤੁਹਾਡੇ ਵਿੱਚ ਦਿਲਚਸਪੀ ਲੈ ਸਕੀਏ ਤਾਂ ਕਿ ਸਾਨੂੰ ਤੁਹਾਡੇ ਕੋਲੋਂ ਮੁਕਤੀ ਮਿਲ ਸਕੇ, ਅਸੀਂ ਆਪਣੇ ਜੀਵਨ ਨੂੰ ਬਦਲ ਸਕੀਏ। ਪਿਆਰੇ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਦੇ ਲਈ। ਸਾਡੇ ਸਾਰਿਆਂ ਦੇ ਜੀਵਨਾਂ ਦੇ ਵਿੱਚ ਕੰਮ ਕਰੋ ਕਿਉਂਕਿ ਸਾਨੂੰ ਸਾਡੀ ਪਿਤਾ ਪਰਮੇਸ਼ਵਰ ਪਾਪਾ ਦੀ ਮੁਕਤੀ ਦੇ ਲਈ ਤੁਹਾਡੀ ਲੋੜ ਹੈ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਤੁਸੀਂ ਪ੍ਰਾਰਥਨਾ ਨੂੰ ਸੁਣਦੇ ਹੋ। ਸਾਡੀ ਇਸ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਗ੍ਰਹਿਣ ਕਰੋ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।